ਨੈਕਸਟ ਆਪਣੇ ਕੋਲ ਹੈਗਾ ਕਰਵਸ ਐਂਡ ਪਾਥ। ਕਰਵਸ ਐਂਡ ਪਾਥ ਸਿੰਪਲ ਹੀ ਹੈ। ਮੰਨ ਲਓ ਜੇ ਮੈਂ ਤੁਹਾਨੂੰ ਕੋਈ ਪੁਆਇੰਟ ਦੇ ਦਾਂ 2A ਤੇ B ਕਿ ਮੈਂ A ਪੁਆਇੰਟ ਤੋਂ B ਪੁਆਇੰਟ ਤੱਕ ਜਾਣਾ। ਹੁਣ A ਤੋਂ B ਤੱਕ ਜਾਣ ਦੇ ਲਈ ਤੁਸੀਂ ਕੋਈ ਵੀ ਪਾਥ ਚੂਜ਼ ਕਰ ਸਕਦੇ ਹੋ। ਮੈਂ ਉਹਨੂੰ ਸਟ੍ਰੇਟ ਲਾਈਨ ਦੇ ਥਰੂ ਵੀ ਜਾ ਸਕਦੀ ਹਾਂ, ਮੈਂ ਘੁੰਮ ਘੁਮਾ ਕੇ ਕਿਸੇ ਕਰਵ ਦੇ ਥਰੂ ਵੀ ਜਾ ਸਕਦੀ ਹਾਂ। ਠੀਕ ਹੈ, ਤਾਂ ਉਹਨੂੰ ਆਪਾਂ ਕੀ ਕਹਿੰਦੇ ਆ ਐਜ਼ ਅ ਪਾਥ ਕਿ A ਤੋਂ B ਤੱਕ ਜਾਣ ਦੇ ਲਈ ਜੋ ਵੀ ਪਾਥ ਆਪਣੇ ਕੋਲੇ ਬਣਦਾ ਹੈ ਉਹ ਪਾਥ ਤੁਹਾਡੇ ਕੋਲੇ ਕੁਝ ਵੀ ਹੋ ਸਕਦਾ, ਕਰਵ ਦੇ ਅਲੋਂਗ ਵੀ ਹੋ ਸਕਦਾ ਹੈ, ਸਟ੍ਰੇਟ ਲਾਈਨ ਵੀ ਬਣ ਸਕਦਾ ਹੈ, ਹੋਰ ਵੀ ਕਿਵੇਂ ਵੀ ਸ਼ੇਪ ਆ ਸਕਦੀ ਹੈ ਆਪਣੇ ਕੋਲੇ। ਤਾਂ ਫਸਟ ਡੈਫੀਨੇਸ਼ਨ ਉਹੀ ਦਿੱਤੀ ਹੋਈ ਹੈ ਕਿ ਅਗਰ ਕੋਈ ਕੰਟੀਨਿਊਅਸ ਫੰਕਸ਼ਨ ਹੈ from AB to Rn is called a curve in Rn। obvious ਹੈ, ਇਨਪੁਟ ਤੁਹਾਡੀ ਆਊਗੀ AB ਇੰਟਰਵਲ ਦੇ ਵਿੱਚ, ਆਊਟਪੁੱਟ ਜੋ ਵੀ ਆਊਗੀ ਉਹ ਆਊਟਪੁੱਟ ਤੁਹਾਡੀ Rn ਦੇ ਵਿੱਚ ਹੀ ਆਊਗੀ, ਹਮੇਸ਼ਾ ਕੋਡ ਡੋਮੇਨ ਦਾ ਹੀ ਸਬਸੈਟ ਹੋਊਗੀ। ਠੀਕ ਹੈ, ਤਾਂ ਜੋ ਵੀ ਇਨਪੁਟ ਦਓਗੇ ਉਹਦੇ ਜੋ ਵੀ ਆਊਟਪੁੱਟ ਆਊਗੀ ਉਹ ਤੁਹਾਡੀ ਕੀ ਬਣ ਜਾਂਦੀ ਹੁੰਦੀ ਹੈ, ਇੱਕ ਪਾਥ ਹੀ ਬਣੂਗੀ। ਜਿਵੇਂ ਤੁਹਾਡੇ ਕੋਲੇ ਸਿੰਪਲੀ ਫੰਕਸ਼ਨ ਹੈ ਲਾਈਕ fx = x + 1, ਮੈਂ ਤੁਹਾਨੂੰ ਹੁਣ ਤੁਸੀਂ ਇਹਦਾ ਪਾਥ ਬਣਾਉਣਾ ਕੀ ਬਣਦਾ, ਪਾਥ ਦਾ ਮਤਲਬ ਤੁਸੀਂ ਗ੍ਰਾਫ ਹੀ ਡਰਾ ਕਰਨਾ ਕਿਵੇਂ ਬਣਦਾ, ਤੇ ਉਹ ਤੁਹਾਨੂੰ ਆਉਂਦਾ ਹੀ ਹੈ। ਜਿਵੇਂ ਜਿਵੇਂ ਤੁਸੀਂ x ਨੂੰ ਇਨਪੁਟ ਦੇਈ ਚੱਲੋਗੇ ਉਵੇਂ ਉਵੇਂ ਤੁਹਾਡੀ ਆਊਟਪੁੱਟ ਆਈ ਜਾਊਗੀ। ਤੇ ਇਹ ਆਊਟਪੁੱਟ ਨੂੰ ਤੁਸੀਂ 2D ਦੇ ਵਿੱਚ ਪਲਾਟ ਕਰ ਲੈਣੇ ਹੁੰਦੇ ਹੋ, ਕੀ ਪੁਆਇੰਟਸ ਬਣ ਗਏ ਤੇ ਉਹਨਾਂ ਨੂੰ ਜੁਆਇਨ ਕਰ ਦਿੰਦੇ ਹੋ ਤਾਂ ਤੁਹਾਡੇ ਕੋਲੇ ਪਾਥ ਬਣ ਜਾਂਦਾ। ਠੀਕ ਹੈ, ਜਿਵੇਂ ਹੁਣ ਮੈਂ ਤੁਹਾਨੂੰ ਇੰਟਰਵਲ ਦੇ ਦਾਂ, ਫੰਕਸ਼ਨ ਹੈ f(x = x + 1) ਸਿੰਪਲੀ। ਠੀਕ ਹੈ, ਤੇ ਇੰਟਰਵਲ ਮੈਂ ਤੁਹਾਨੂੰ ਦੇਤਾ ਲਾਈਕ 2, 4। ਠੀਕ ਹੈ, ਤਾਂ ਤੁਸੀਂ ਜੋ ਵੀ ਇਨਪੁਟ ਪੁੱਟ ਕਰਨੀ ਹੈ ਉਹ 2 ਤੇ 4 ਦੇ ਵਿੱਚ ਹੀ ਪੁੱਟ ਕਰਨੀ ਹੈ। ਤਾਂ ਲਾਈਨ ਦਾ ਜੋ ਵੀ ਪੋਰਸ਼ਨ ਹੈ ਉਹ 2 ਤੇ 4 ਦੇ ਵਿੱਚ ਹੀ ਰਹੂਗਾ। 2 ਤੋਂ ਸਟਾਰਟ ਹੋਊਗਾ ਤੁਹਾਨੂੰ ਪਤਾ, ਤੇ 4 ਤੇ ਜਾ ਕੇ ਫਿਨਿਸ਼ ਹੋ ਜਾਊਗਾ। ਤਾਂ ਤੁਹਾਡਾ ਜੋ ਵੀ ਗ੍ਰਾਫ ਹੋਊਗਾ 2 ਤੇ 4 ਦੇ ਇੰਟਰਵਲ ਦੇ ਵਿੱਚ ਹੀ ਬਣ ਜਾਏਗਾ। ਤੇ ਇਹ ਆਪਣੇ ਕੋਲੇ ਕੀ ਬਣ ਗਿਆ, ਇੱਕ ਤਰੀਕੇ ਦਾ ਪਾਥ ਹੀ ਬਣ ਗਿਆ। ਇਹ ਤਾਂ 2D ਦੇ ਵਿੱਚ ਸੀ, ਹੁਣ ਇੱਥੇ ਇਹਨਾਂ ਨੇ Rn ਦੀ, ਕਿਉਂਕਿ ਡਾਇਮੈਂਸ਼ਨ ਵੀ ਹੋ ਸਕਦਾ, ਜ਼ਰੂਰੀ ਨਹੀਂ ਕਿ ਆਪਾਂ 2 ਡਾਇਮੈਂਸ਼ਨ ਦੇ ਵਿੱਚ ਹੀ ਰਹੀਏ। R³ 3 ਡਾਇਮੈਂਸ਼ਨ ਹੋ ਸਕਦਾ, 4 ਡਾਇਮੈਂਸ਼ਨਲ। ਇਨ ਜਨਰਲ ਆਪਾਂ n ਡਾਇਮੈਂਸ਼ਨਲ ਦੀ ਗੱਲ ਕਰਦੇ ਹਾਂ। ਕਲੀਅਰ ਹੈ, ਕਹਿੰਦੇ ਕਿ ਇਫ f(a) = f(b) ਤਾਂ ਜਿਹੜਾ ਵੀ ਤੁਹਾਡਾ ਪਾਥ ਬਣੂਗਾ ਜਾਂ ਕਰਵ ਬਣੂਗੀ ਉਹ ਕੀ ਹੋਊਗੀ, ਕਲੋਜ਼ਡ ਕਰਵ ਹੋਊਗੀ। ਕਿਉਂਕਿ ਫਸਟ ਪੁਆਇੰਟ ਤੇ ਜੋ ਵੀ ਵੈਲਿਊ ਆ ਰਹੀ ਹੈ ਇੰਟਰਵਲ ਦੇ, ਸੇਮ ਹੀ ਵੈਲਿਊ ਕਹਿੰਦੇ ਇੰਟਰਵਲ ਦੇ ਲਾਸਟ ਪੁਆਇੰਟ ਤੇ ਆ ਰਹੀ ਹੈ। f(a) ਜਿੱਥੋਂ ਸਟਾਰਟ ਹੋ ਰਿਹਾ f(b) ਦੀ ਵੈਲਿਊ ਵੀ ਸੇਮ ਹੀ ਆ ਰਹੀ ਹੈ। ਤਾਂ ਘੁੰਮ ਘੁਮਾ ਕੇ ਤੁਸੀਂ ਉਸੇ ਪੁਆਇੰਟ ਤੇ ਹੀ ਵਾਪਿਸ ਆ ਜਾਓਗੇ ਜਿੱਥੋਂ ਤੁਸੀਂ ਸਟਾਰਟ ਕੀਤਾ ਸੀ। ਤਾਂ ਇਹ ਪਾਥ ਤੁਹਾਡਾ ਕੀ ਹੋ ਜਾਊਗਾ, ਕਲੋਜ਼ਡ ਕਰਵ ਬਣ ਜਾਊਗੀ ਕਿ ਜਿੱਥੋਂ ਤੁਸੀਂ ਸਟਾਰਟ ਕੀਤਾ ਮੂਵ ਕਰਕੇ ਤੁਸੀਂ ਉੱਥੇ ਹੀ ਆ ਗਏ। ਅੱਗੇ ਕਹਿੰਦੇ ਕਿ ਅਗਰ ਫੰਕਸ਼ਨ 1 1 ਹੈ ਤਾਂ f ਕੀ ਹੋਊਗੀ, ਇੱਕ ਆਰਕ ਬਣੇਗੀ। ਕਿਉਂਕਿ 1 1 ਦਾ ਮਤਲਬ ਤੁਹਾਨੂੰ ਪਤਾ ਹੈ ਕਿ ਹਰ ਇੱਕ ਪੁਆਇੰਟ ਤੇ ਤੁਹਾਡੀ ਜਿਹੜੀ ਇਮੇਜ ਹੈ ਡਿਫਰੈਂਟ ਆਉਂਦੀ ਹੈ, ਕਿਸੇ ਵੀ ਦੋ ਪੁਆਇੰਟਸ ਤੇ ਸੇਮ ਵੈਲਿਊ ਨਹੀਂ ਆਣੀ ਚਾਹੀਦੀ। ਠੀਕ ਹੈ, ਤਾਂ ਜੋ ਵੀ ਉੱਪਰ ਤੁਸੀਂ ਗ੍ਰਾਫ ਬਣਾਓਗੇ ਉਹਦੇ ਹਰ ਇੱਕ ਪੁਆਇੰਟ ਤੇ ਵੈਲਿਊ ਕੀ ਆਊਗੀ, ਡਿਫਰੈਂਟ ਆਊਗੀ। ਉਹ ਇੱਕ ਤਰੀਕੇ ਦੀ ਆਰਕ ਹੀ ਬਣ ਜਾਏਗੀ, ਮਤਲਬ ਕੁਝ ਵੀ ਕਰਵ ਬਣ ਸਕਦੀ ਹੈ ਉੱਪਰ। ਠੀਕ ਹੈ, ਤਾਂ ਅੱਗੇ ਇਹਨਾਂ ਨੇ ਨੋਟ ਦਿੱਤਾ ਹੋਇਆ, ਕਹਿੰਦੇ ਡਿਫਰੈਂਟ ਪਾਥਸ ਕੈਨ ਟ੍ਰੇਸ ਆਊਟ ਦੀ ਸੇਮ ਕਰਵ। ਕਿ ਅਗਰ ਤੁਹਾਡੇ ਪਾਥ ਡਿਫਰੈਂਟ ਹੈ ਤਾਂ ਕਹਿੰਦੇ ਜਿਹੜੀਆਂ ਕਰਵਸ ਹੈ ਉਹ ਸੇਮ ਬਣ ਸਕਦੀ ਹੈ। ਫੋਰ ਐਗਜ਼ਾਮਪਲ ਇਹਨਾਂ ਨੇ ਤੁਹਾਨੂੰ ਦੋ ਫੰਕਸ਼ਨ ਦੇਤੇ, ਇੱਕ f ਦੇਤਾ, ਇੱਕ g ਦੇਤਾ। ਦੋਨੋਂ ਫੰਕਸ਼ਨ ਦੇਖੋ ਡਿਫਰੈਂਟ ਹੈ, ਬਟ ਜਦੋਂ ਤੁਸੀਂ ਦੋਨਾਂ ਤੋਂ ਡਾਇਗਰਾਮ ਬਣਾਓਗੇ ਡਾਇਗਰਾਮ ਹਮੇਸ਼ਾ ਦੋਨਾਂ ਤੋਂ ਸੇਮ ਹੀ ਬਣੂਗੀ। ਫਸਟ ਵਾਲੇ ਨੂੰ ਪਲਾਟ ਕਰੋਗੇ ਤੁਹਾਡੇ ਕੋਲੇ ਸਰਕਲ ਹੀ ਬਣੂਗਾ, ਸੈਕੰਡ ਵਾਲੇ ਨੂੰ ਪਲਾਟ ਕਰੂਗਾ ਉੱਥੋਂ ਵੀ ਤੁਹਾਡੇ। ਠੀਕ ਹੈ, ਬਟ ਇਹਨਾਂ ਤੋਂ ਜਿਹੜੀ ਕਰਵ ਬਣ ਰਹੀ ਹੈ ਕਹਿੰਦੇ ਉਹ ਕਰਵ ਕੀ ਬਣ ਰਹੀ ਹੈ, ਸੇਮ ਬਣ ਰਹੀ ਹੈ। ਹੁਣ ਇਹਨੂੰ ਕਿਵੇਂ ਬਣਾ ਕੇ ਦੇਖ ਸਕਦੇ ਹੋ, ਤੁਹਾਨੂੰ ਪਤਾ ਹੈ e⁻θ ਕਿਹਦੇ ਇਕੁਅਲ ਹੁੰਦਾ, cos θ + sin θ। ਤਾਂ ਇਹ ਬੇਸਿਕਲੀ ਕੀ ਬਣ ਜਾਏਗਾ, cos 2πt + η sin 2πt। ਉਹ ਵੀ ਸੈਕਿੰਡ ਵਾਲਾ ਬਣ ਜਾਏਗਾ, ਉਹਦੇ ਅੱਗੇ ਮਾਈਨਸ ਆ ਜਾਏਗਾ ਸੈਂਟਰ ਦੇ ਵਿੱਚ। ਤਾਂ ਜਿਵੇਂ ਜਿਵੇਂ ਤੁਸੀਂ t ਨੂੰ ਵੈਲਿਊਜ਼ ਪੁੱਟ ਕਰੋਗੇ, ਐਂਗਲਸ ਨੂੰ ਪੁੱਟ ਕਰੋਗੇ, ਤੁਹਾਡੇ ਕੋਲੇ ਜਿੱਥੇ ਵੀ ਪੁਆਇੰਟ ਬਣਨਗੇ ਉਹਨਾਂ ਨੂੰ ਜੁਆਇਨ ਕਰਕੇ ਆਪਣੇ ਕੋਲੇ ਸਰਕਲ ਬਣ ਜਾਏਗਾ। ਠੀਕ ਹੈ, ਕਿਉਂਕਿ ਤੁਹਾਨੂੰ ਪਤਾ x² + y² = 1 ਹੈ ਤੇ sin ਤੇ cos ਤਾਂ ਇਹਨੂੰ ਸੈਟੀਸਫਾਈ ਕਰਦੀ ਹੈ। sin² 2πt + cos² 2πt ਹਮੇਸ਼ਾ ਕੀ ਹੁੰਦਾ, 1 ਹੀ ਹੁੰਦਾ। ਆਪਣੇ ਕੋਲੇ ਐਂਗਲ ਕੁਝ ਵੀ ਲੈ ਲਈਏ। ਨਾਓ ਨੈਕਸਟ ਆਪਣੇ ਕੋਲੇ ਹੈਗਾ ਕਰਵਸ ਐਂਡ ਪਾਥ। ਕਰਵਸ ਐਂਡ ਪਾਥ ਸਿੰਪਲ ਹੀ ਹੈ। ਮੰਨ ਲਓ ਜੇ ਮੈਂ ਤੁਹਾਨੂੰ ਕੋਈ ਪੁਆਇੰਟ ਦੇ ਦਾਂ 2A ਤੇ B ਕਿ ਮੈਂ A ਪੁਆਇੰਟ ਤੋਂ B ਪੁਆਇੰਟ ਤੱਕ ਜਾਣਾ। ਹੁਣ A ਤੋਂ B ਤੱਕ ਜਾਣ ਦੇ ਲਈ ਤੁਸੀਂ ਕੋਈ ਵੀ ਪਾਥ ਚੂਜ਼ ਕਰ ਸਕਦੇ ਹੋ। ਮੈਂ ਉਹਨੂੰ ਸਟ੍ਰੇਟ ਲਾਈਨ ਦੇ ਥਰੂ ਵੀ ਜਾ ਸਕਦੀ ਹਾਂ, ਮੈਂ ਘੁੰਮ ਘੁਮਾ ਕੇ ਕਿਸੇ ਕਰਵ ਦੇ ਥਰੂ ਵੀ ਜਾ ਸਕਦੀ ਹਾਂ। ਠੀਕ ਹੈ, ਤਾਂ ਉਹਨੂੰ ਆਪਾਂ ਕੀ ਕਹਿੰਦੇ ਆ ਐਜ਼ ਅ ਪਾਥ ਕਿ A ਤੋਂ B ਤੱਕ ਜਾਣ ਦੇ ਲਈ ਜੋ ਵੀ ਪਾਥ ਆਪਣੇ ਕੋਲੇ ਬਣਦਾ ਹੈ
ਉਹ ਪਾਥ ਤੁਹਾਡੇ ਕੋਲੇ ਕੁਝ ਵੀ ਹੋ ਸਕਦਾ, ਕਰਵ ਦੇ ਅਲੋਂਗ ਵੀ ਹੋ ਸਕਦਾ ਹੈ, ਸਟ੍ਰੇਟ ਲਾਈਨ ਵੀ ਬਣ ਸਕਦਾ ਹੈ, ਹੋਰ ਵੀ ਕਿਵੇਂ ਵੀ ਸ਼ੇਪ ਆ ਸਕਦੀ ਹੈ ਆਪਣੇ ਕੋਲੇ। ਤਾਂ ਫਸਟ ਡੈਫੀਨੇਸ਼ਨ ਉਹੀ ਦਿੱਤੀ ਹੋਈ ਹੈ ਕਿ ਅਗਰ ਕੋਈ ਕੰਟੀਨਿਊਸ ਫੰਕਸ਼ਨ ਹੈ from AB to Rn is called a curve in Rn। obvious ਹੈ ਇਨਪੁਟ ਤੁਹਾਡੀ ਆਊਗੀ AB ਇੰਟਰਵਲ ਦੇ ਵਿੱਚ, ਆਊਟਪੁੱਟ ਜੋ ਵੀ ਆਊਗੀ ਉਹ ਆਊਟਪੁੱਟ ਤੁਹਾਡੀ Rn ਦੇ ਵਿੱਚ ਹੀ ਆਊਗੀ, ਹਮੇਸ਼ਾ ਕੋਡਮੇਨ ਦਾ ਹੀ ਸਬਸੈਟ ਹੋਊਗੀ। ਠੀਕ ਹੈ, ਤਾਂ ਜੋ ਵੀ ਇਨਪੁਟ ਦਓਗੇ ਉਹਦੇ ਜੋ ਵੀ ਆਊਟਪੁੱਟ ਆਊਗੀ ਉਹ ਤੁਹਾਡੀ ਕੀ ਬਣ ਜਾਂਦੀ ਹੁੰਦੀ ਹੈ, ਇੱਕ ਪਾਥ ਹੀ ਬਣੂਗੀ। ਜਿਵੇਂ ਤੁਹਾਡੇ ਕੋਲੇ ਸਿੰਪਲੀ ਫੰਕਸ਼ਨ ਹੈ ਲਾਈਕ fx is equal to x plus 1, ਮੈਂ ਤੁਹਾਨੂੰ ਹੁਣ ਤੁਸੀਂ ਇਹਦਾ ਪਾਥ ਬਣਾਉਣਾ ਕੀ ਬਣਦਾ, ਪਾਥ ਦਾ ਮਤਲਬ ਤੁਸੀਂ ਗ੍ਰਾਫ ਹੀ ਡਰਾ ਕਰਨਾ ਕਿਵੇਂ ਬਣਦਾ, ਤੇ ਉਹ ਤੁਹਾਨੂੰ ਆਉਂਦਾ ਹੀ ਹੈ। ਜਿਵੇਂ ਜਿਵੇਂ ਤੁਸੀਂ x ਨੂੰ ਇਨਪੁਟ ਦੇਈ ਚੱਲੋਗੇ ਉਵੇਂ ਉਵੇਂ ਤੁਹਾਡੀ ਆਊਟਪੁੱਟ ਆਈ ਜਾਊਗੀ, ਤੇ ਇਹ ਆਊਟਪੁੱਟ ਨੂੰ ਤੁਸੀਂ 2D ਦੇ ਵਿੱਚ ਪਲਾਟ ਕਰ ਲੈਣੇ ਹੁੰਦੇ ਹੋ, ਕੀ ਪੁਆਇੰਟਸ ਬਣ ਗਏ ਤੇ ਉਹਨਾਂ ਨੂੰ ਜੁਆਇਨ ਕਰ ਦਿੰਦੇ ਤਾਂ ਤੁਹਾਡੇ ਕੋਲੇ ਪਾਥ ਬਣ ਜਾਂਦਾ। ਇਹ ਤਾਂ 2D ਦੇ ਵਿੱਚ ਸੀ, ਹੁਣ ਇੱਥੇ ਇਹਨਾਂ ਨੇ Rn ਦੀ, ਕਿਉਂਕਿ ਜ਼ਿਆਦਾ ਡਾਇਮੈਂਸ਼ਨ ਵੀ ਹੋ ਸਕਦਾ, ਜ਼ਰੂਰੀ ਨਹੀਂ ਕਿ ਆਪਾਂ 2 ਡਾਇਮੈਂਸ਼ਨ ਦੇ ਵਿੱਚ ਹੀ ਰਹੀਏ। R³ 3 ਡਾਇਮੈਂਸ਼ਨ ਹੋ ਸਕਦਾ ਹੈ, 4 ਡਾਇਮੈਂਸ਼ਨਲ, ਇਨ ਜਨਰਲ ਆਪਾਂ n ਡਾਇਮੈਂਸ਼ਨਲ ਦੀ ਗੱਲ ਕਰਦੇ ਹਾਂ। ਕਲੀਅਰ ਹੈ? ਕਹਿੰਦੇ ਕਿ if f of a is equal to f of b, ਤਾਂ ਜਿਹੜਾ ਵੀ ਤੁਹਾਡਾ ਪਾਥ ਬਣੂਗਾ ਜਾਂ ਕਰਵ ਬਣੂਗੀ ਉਹ ਕੀ ਹੋਊਗੀ, ਕਲੋਜ਼ਡ ਕਰਵ ਹੋਊਗੀ, ਕਿਉਂਕਿ ਫਸਟ ਪੁਆਇੰਟ ਤੇ ਜੋ ਵੀ ਵੈਲਿਊ ਆ ਰਹੀ ਹੈ ਇੰਟਰਵਲ ਦੇ, ਸੇਮ ਹੀ ਵੈਲਿਊ ਕਹਿੰਦੇ ਇੰਟਰਵਲ ਦੇ ਲਾਸਟ ਪੁਆਇੰਟ ਤੇ ਆ ਰਹੀ ਹੈ। f of a ਜਿੱਥੋਂ ਸਟਾਰਟ ਹੋ ਰਿਹਾ f of b ਦੀ ਵੈਲਿਊ ਵੀ ਸੇਮ ਹੀ ਆ ਰਹੀ ਹੈ, ਤਾਂ ਘੁੰਮ ਕੇ ਤੁਸੀਂ ਉਸੇ ਪੁਆਇੰਟ ਤੇ ਹੀ ਵਾਪਿਸ ਆ ਜਾਓਗੇ ਜਿੱਥੋਂ ਤੁਸੀਂ ਸਟਾਰਟ ਕੀਤਾ ਸੀ, ਤਾਂ ਇਹ ਪਾਥ ਤੁਹਾਡਾ ਕੀ ਹੋ ਜਾਊਗਾ, ਕਲੋਜ਼ਡ ਕਰਵ ਬਣ ਜਾਊਗੀ, ਕਿ ਜਿੱਥੋਂ ਤੁਸੀਂ ਸਟਾਰਟ ਕੀਤਾ ਮੂਵ ਕਰਕੇ ਤੁਸੀਂ ਉੱਥੇ ਹੀ ਆ ਗਏ। ਅੱਗੇ ਕਹਿੰਦੇ ਕਿ ਅਗਰ ਫੰਕਸ਼ਨ 1 1 ਹੈ ਤਾਂ f ਕੀ ਹੋਊਗੀ, ਇੱਕ ਆਰਕ ਬਣੇਗੀ, ਕਿਉਂਕਿ 1 1 ਦਾ ਮਤਲਬ ਤੁਹਾਨੂੰ ਪਤਾ ਹੈ ਕਿ ਹਰ ਇੱਕ ਪੁਆਇੰਟ ਤੇ ਤੁਹਾਡੀ ਜਿਹੜੀ ਇਮੇਜ ਹੈ ਡਿਫਰੈਂਟ ਆਉਂਦੀ ਹੈ, ਕਿਸੇ ਵੀ ਦੋ ਪੁਆਇੰਟਸ ਤੇ ਸੇਮ ਵੈਲਿਊ ਨਹੀਂ ਆਣੀ ਚਾਹੀਦੀ। ਠੀਕ ਹੈ, ਤਾਂ ਜੋ ਵੀ ਉੱਪਰ ਤੁਸੀਂ ਗ੍ਰਾਫ ਬਣਾਓਗੇ ਉਹਦੇ ਹਰ ਇੱਕ ਪੁਆਇੰਟ ਤੇ ਵੈਲਿਊ ਕੀ ਆਊਗੀ, ਡਿਫਰੈਂਟ ਆਊਗੀ, ਉਹ ਇੱਕ ਤਰੀਕੇ ਦੀ ਆਰਕ ਹੀ ਬਣ ਜਾਏਗੀ, ਮਤਲਬ ਕੁਝ ਵੀ ਕਰਵ ਬਣ ਸਕਦੀ ਹੈ ਉੱਪਰ। ਠੀਕ ਹੈ, ਤਾਂ ਅੱਗੇ ਇਹਨਾਂ ਨੇ ਨੋਟ ਦਿੱਤਾ ਹੋਇਆ, ਕਹਿੰਦੇ ਡਿਫਰੈਂਟ ਪਾਥਸ ਕੈਨ ਟ੍ਰੇਸ ਆਊਟ ਦੀ ਸੇਮ ਕਰਵ, ਕਿ ਅਗਰ ਤੁਹਾਡੇ ਪਾਥ ਡਿਫਰੈਂਟ ਹੈ ਤਾਂ ਕਹਿੰਦੇ ਜਿਹੜੀਆਂ ਕਰਵਸ ਹੈ ਉਹ ਸੇਮ ਬਣ ਸਕਦੀ ਹੈ। ਫੋਰ ਐਗਜ਼ਾਮਪਲ ਇਹਨਾਂ ਨੇ ਤੁਹਾਨੂੰ ਦੋ ਫੰਕਸ਼ਨ ਦੇਤੇ, ਇੱਕ f ਦੇਤਾ ਇੱਕ g ਦੇਤਾ, ਦੋਨੋਂ ਫੰਕਸ਼ਨ ਦੇਖੋ ਡਿਫਰੈਂਟ ਹੈ, ਬਟ ਜਦੋਂ ਤੁਸੀਂ ਦੋਨਾਂ ਤੋਂ ਡਾਇਗਰਾਮ ਬਣਾਓਗੇ ਡਾਇਗਰਾਮ ਹਮੇਸ਼ਾ ਦੋਨਾਂ ਤੋਂ ਸੇਮ ਹੀ ਬਣੂਗੀ। ਫਸਟ ਵਾਲੇ ਨੂੰ ਪਲਾਟ ਕਰੋਗੇ ਤੁਹਾਡੇ ਕੋਲੇ ਸਰਕਲ ਹੀ ਬਣੂਗਾ, ਸੈਕੰਡ ਵਾਲੇ ਨੂੰ ਪਲਾਟ ਕਰੂਗਾ ਉੱਥੋਂ ਵੀ ਤੁਹਾਡੇ, ਠੀਕ ਹੈ, ਬਟ ਇਹਨਾਂ ਤੋਂ ਜਿਹੜੀ ਕਰਵ ਬਣ ਰਹੀ ਹੈ ਕਹਿੰਦੇ ਉਹ ਕਰਵ ਕੀ ਬਣ ਰਹੀ ਹੈ, ਸੇਮ ਬਣ ਰਹੀ ਹੈ। ਹੁਣ ਇਹਨੂੰ ਕਿਵੇਂ ਬਣਾ ਕੇ ਦੇਖ ਸਕਦੇ ਹੋ, ਤੁਹਾਨੂੰ ਪਤਾ ਹੈ e r ਆਈਟਾ ਥੀਟਾ ਕਿਹਦੇ ਇਕੁਅਲ ਹੁੰਦਾ ਹੈ, cos ਥੀਟਾ ਪਲਸ ਆਈਟਾ ਸਾइन ਥੀਟਾ, ਤਾਂ ਇਹ ਬੇਸਿਕਲੀ ਕੀ ਬਣ ਜਾਏਗਾ, cos 2πt ਪਲਸ ਆਈਟਾ sin 2πt, ਉਹ ਵੀ ਸੈਕਿੰਡ ਵਾਲਾ ਬਣ ਜਾਏਗਾ, ਉਹਦੇ ਅੱਗੇ ਮਾਈਨਸ ਆ ਜਾਏਗਾ ਸੈਂਟਰ ਦੇ ਵਿੱਚ। ਤਾਂ ਜਿਵੇਂ ਜਿਵੇਂ ਤੁਸੀਂ t ਨੂੰ ਵੈਲਿਊਜ਼ ਪੁੱਟ ਕਰੋਗੇ, ਐਂਗਲਸ ਨੂੰ ਪੁੱਟ ਕਰੋਗੇ, ਤੁਹਾਡੇ ਕੋਲੇ ਜਿੱਥੇ ਵੀ ਪੁਆਇੰਟ ਬਣਨਗੇ ਉਹਨਾਂ ਨੂੰ ਜੁਆਇਨ ਕਰਕੇ ਆਪਣੇ ਕੋਲੇ ਸਰਕਲ ਬਣ ਜਾਏਗਾ। ਠੀਕ ਹੈ, ਕਿਉਂਕਿ ਤੁਹਾਨੂੰ ਪਤਾ x² + y² = 1 ਹੈ, ਤੇ sin ਤੇ cos ਤਾਂ ਇਹਨੂੰ ਸੈਟੀਸਫਾਈ ਕਰਦੀ ਹੈ। sin square 2πt + cos square 2πt ਹਮੇਸ਼ਾ ਕੀ ਹੁੰਦਾ, 1 ਹੀ ਹੁੰਦਾ, ਆਪਣੇ ਕੋਲੇ ਐਂਗਲ ਕੁਝ ਵੀ ਲੈ ਲਈਏ। let f be a path in Rn, f ਆਪਾਂ ਨੂੰ ਕੋਈ ਵੀ ਪਾਥ ਦਿੱਤਾ ਹੋਇਆ from closed interval AB to Rn, ਠੀਕ ਹੈ, and P be any partition of the given interval। now then ਕਹਿੰਦੇ the sum of distance between the points f of ti minus 1 and f of ti। ਹੁਣ ਤੁਸੀਂ ਕੀ ਕਰਨਾ, ਜਿਵੇਂ ਆਪਾਂ ਵੇਰੀਏਸ਼ਨਸ ਨਿਕਾਲਦੇ ਹੁੰਦੇ ਸੀ, ਠੀਕ ਹੈ, ਉਹ ਵੇਰੀਏਸ਼ਨਸ ਆਪਾਂ ਗ੍ਰਾਫ ਦੇ ਅਕੋਰਡਿੰਗ ਹੀ ਨਿਕਾਲਦੇ ਹੁੰਦੇ ਸੀ ਕਿ f of xi minus f of xi minus 1, ਤਾਂ ਜੋ ਵੀ ਤੁਹਾਡੇ ਕੋਲੇ ਉੱਪਰ ਗ੍ਰਾਫ ਬਣੂਗਾ, ਠੀਕ ਹੈ, ਉੱਥੇ ਜੋ ਵੀ ਤੁਸੀਂ ਪਾਰਟੀਸ਼ਨ ਬਣਾਈ ਹੈ ਇੰਟਰਵਲ ਦੀ, ਉਹਨਾਂ ਪਾਰਟੀਸ਼ਨ ਦੇ ਕੋਰਸਪੋਂਡਿੰਗ ਜੋ ਵੀ ਫੰਕਸ਼ਨਸ ਦੀਆਂ ਵੈਲਿਊਜ਼ ਹੋਣਗੀਆਂ ਉਹਨਾਂ ਦਾ ਤੁਸੀਂ ਕੀ ਲਓਗੇ, ਸਮ ਕਰ ਦੋਗੇ of the distance between the points f of xi minus 1 and f of xi। ਠੀਕ ਹੈ, ਤਾਂ ਇਹ ਆਪਣੇ ਕੋਲੇ ਬੇਸਿਕਲੀ ਕੀ ਬਣ ਜਾਏਗਾ, length of a polygon path with vertices this। ਠੀਕ ਹੈ, ਜਿਵੇਂ ਵੀ ਆਪਾਂ ਵੇਰੀਏਸ਼ਨਸ ਨਿਕਾਲਦੇ ਸੀ ਬੇਸਿਕਲੀ ਚੀਜ਼ ਉਹੀ ਹੈ, ਜਦੋਂ ਸਾਰੀਆਂ ਵੇਰੀਏਸ਼ਨਸ ਨੂੰ ਐਡ ਕਰ ਦਾਂਗੇ ਤਾਂ ਤੁਹਾਡੇ ਕੋਲੇ ਬੇਸਿਕਲੀ ਕੀ ਬਣ ਜਾਏਗਾ, ਲੈਂਥ ਹੀ ਬਣ ਜਾਏਗੀ ਪੂਰੇ ਪਾਥ ਦੀ, ਜੋ ਵੀ ਤੁਹਾਨੂੰ ਪਾਥ ਬਣੂਗਾ ਕਲੋਜ਼ਡ ਇੰਟਰਵਲ AB ਤੋਂ ਲੈ ਕੇ Rn ਤੱਕ। ਠੀਕ ਹੈ, ਤਾਂ ਇਹਨੂੰ ਰਿਪਰੈਜ਼ੈਂਟ ਕਰਨ ਦੀ ਨੋਟੇਸ਼ਨ ਹੈ
ਟੋਟਲ ਵੇਰੀਏਸ਼ਨ ਨੂੰ ਆਪਾਂ v ਦੇ ਨਾਲ ਰਿਪਰੈਜ਼ੈਂਟ ਕਰਦੇ ਹੁੰਦੇ ਸੀ, v ਆਫ f ਪੈਰ ਚ ਆਪਾਂ f ਪਾਉਂਦੇ ਸੀ, ਠੀਕ ਹੈ। ਤਾਂ ਲੈਂਥ ਆਫ ਏ ਪੋਲੀਗਨ ਨੂੰ ਆਪਾਂ ਕਿਵੇਂ ਰਿਪਰੈਜ਼ੈਂਟ ਕਰਨਾ ਹੈ, ਇਸ ਸਿੰਬਲ ਦੇ ਨਾਲ, ਉਲਟਾ v ਪਾਇਆ ਹੋਇਆ, ਪੈਰ ਦੇ ਵਿੱਚ f ਹੈ ਕੋਰਸਪੋਂਡਿੰਗ ਟੂ ਦੀ ਪਾਰਟੀਸ਼ਨ p। ਅੱਗੇ ਆਪਾਂ ਨੂੰ ਕੀ ਕਹਿ ਰਿਹਾ, ਐਜ਼ ਵੀ ਗੋ ਔਨ ਰਿਫਾਈਨਿੰਗ p। ਹੁਣ ਇਹ ਤਾਂ ਜਿਹੜੀ ਉੱਪਰ ਵਾਲੀ ਟਰਮ ਤੁਸੀਂ ਕੈਲਕੂਲੇਟ ਕੀਤੀ ਹੈ, ਉਹ ਆਪਾਂ ਅਕੋਰਡਿੰਗ ਟੂ ਦੀ p ਪਾਰਟੀਸ਼ਨ ਕੈਲਕੂਲੇਟ ਕੀਤੀ ਹੈ। ਹੁਣ ਕਹਿੰਦੇ ਜੇ ਆਪਾਂ p ਦੀ ਰਿਫਾਈਨਿੰਗ ਕਰ ਦਈਏ, ਰਿਫਾਈਨਮੈਂਟ ਤੁਸੀਂ ਕੀਤੀ ਹੋਈ ਹੈ, ਰਿਫਾਈਨਮੈਂਟ ਦਾ ਮਤਲਬ ਕੀ ਸੀ ਕਿ p ਦੇ ਵਿੱਚ ਤੁਸੀਂ ਹੋਰ ਪੁਆਇੰਟਸ ਐਡ ਕਰ ਦਿੰਦੇ ਸੀ, ਠੀਕ ਹੈ। ਕਿ ਅਗਰ ਮੈਨੇ ਇੰਟਰਵਲ ਨੂੰ 5 ਪਾਰਟ ਚ ਡਿਵਾਈਡ ਕੀਤਾ ਹੋਇਆ, ਤਾਂ ਤੁਸੀਂ ਹੁਣ ਨੰਬਰ ਆਫ ਇੰਟਰਵਲਸ ਇਨਕਰੀਜ਼ ਕਰ ਦੇਣੇ ਆ, ਤੁਸੀਂ ਉਹਨੂੰ 6 7 ਕਿੰਨੇ ਵੀ ਪਾਰਟਸ ਚ ਡਿਵਾਈਡ ਕਰ ਸਕਦੇ ਹੋ, ਠੀਕ ਹੈ। ਕਿਉਂਕਿ ਇੰਟਰਵਲ ਤਾਂ ਆਪਣਾ ਫਿਕਸਡ ਹੀ ਹੈ, ਏ ਬੀ ਕਲੋਜ਼ਡ ਇੰਟਰਵਲ। ਹੁਣ ਇਹਦੀਆਂ ਆਪਾਂ ਬਹੁਤ ਸਾਰੀਆਂ ਪਾਰਟੀਸ਼ਨਸ ਬਣਾ ਸਕਦੇ ਹਾਂ ਕਿਵੇਂ ਵੀ। ਤਾਂ ਉਹੀ ਕਹਿ ਰਿਹਾ ਕਿ ਅਗਰ ਤੁਸੀਂ ਇਸ p ਦੀ ਰਿਫਾਈਨਿੰਗ ਕਰੋਗੇ, then the polygon approaches the range of f more and more closely so that the length of f may be defined as। ਹੁਣ ਉੱਪਰ ਤਾਂ ਆਪਾਂ length of a polygon ਦੀ ਗੱਲ ਕੀਤੀ ਸੀ according to given path, ਠੀਕ ਹੈ। ਹੁਣ ਆਪਾਂ p ਦੀ ਰਿਫਾਈਨਿੰਗ ਕਰ ਦਾਂਗੇ, ਤਾਂ ਜਿਹੜੀ ਲੈਂਥ ਆਫ f ਹੈ ਉਹਨੂੰ ਕਿਵੇਂ ਡਿਫਾਈਨ ਕੀਤਾ ਹੋਇਆ, ਓਵਰ ਦੀ ਇੰਟਰਵਲ ab, ਉਹ ਕਿਹਦੇ ਇਕੁਅਲ ਹੋ ਜਾਊਗਾ, ਸੁਪਰੀਮਮ ਆਫ ਦੀ ਲੈਂਥ ਆਫ ਦੀ ਪੋਲੀਗਨ। ਹੁਣ ਮੰਨ ਲਓ ਇੱਕ ਪਾਰਟੀਸ਼ਨ ਦੇ ਅਕੋਰਡਿੰਗ ਤੁਸੀਂ ਲੈਂਥ ਕੈਲਕੂਲੇਟ ਕਰ ਲਈ, ਦੈਨ ਉਸੇ ਪਾਰਟੀਸ਼ਨ ਦੀ ਜਦੋਂ ਤੁਸੀਂ ਰਿਫਾਈਨਮੈਂਟ ਕੀਤੀ, ਉਹਦੇ ਅਕੋਰਡਿੰਗ ਤੁਸੀਂ ਲੈਂਥ ਕੈਲਕੂਲੇਟ ਕੀਤੀ, ਸੇਮ ਨੈਕਸਟ ਪਾਰਟੀਸ਼ਨ ਦੀ ਫਿਰ ਤੁਸੀਂ ਰਿਫਾਈਨਮੈਂਟ ਕੀਤੀ, ਉਹਦੇ ਅਕੋਰਡਿੰਗ ਲੈਂਥ ਕੈਲਕੂਲੇਟ ਕੀਤੀ। ਤਾਂ ਅਗਰ ਇਹਨਾਂ ਲੈਂਥਸ ਦਾ ਸਾਰਿਆਂ ਦਾ ਸੁਪਰੀਮਮ ਕੈਲਕੂਲੇਟ ਕਰ ਲਓ ਕਿ ਮੈਕਸਿਮਮ ਆਪਣੇ ਕੋਲੇ ਕਿੰਨੀ ਲੈਂਥ ਬਣਦੀ ਹੈ, ਉਹ ਕਿਹਦੇ ਇਕੁਅਲ ਹੋ ਜਾਊਗਾ, ਲੈਂਥ ਆਫ ਦੀ ਫੰਕਸ਼ਨ f, ਠੀਕ ਹੈ। ਉਹਨੂੰ ਆਪਾਂ ਇਸ ਤਰੀਕੇ ਨਾਲ ਰਿਪਰੈਜ਼ੈਂਟ ਕਰਦੇ ਹਾਂ, ਉਲਟਾ v ਹੈ f ਆਫ ab। ਕਹਿੰਦੇ ਇਫ ਲੈਂਥ ਆਫ ਫੰਕਸ਼ਨ ਇਜ਼ ਫਾਈਨਾਈਟ, ਲੈਸ ਦੈਨ ਇਨਫਿਨਿਟੀ ਪਾਇਆ ਹੋਇਆ ਨਾ, ਲੈਸ ਦੈਨ ਇਨਫਿਨਿਟੀ ਦਾ ਮਤਲਬ ਕੀ ਹੋ ਗਿਆ, ਫਾਈਨਾਈਟ। ਕਿ ਅਗਰ ਤੁਹਾਡੇ ਕੋਲੇ ਲੈਂਥ ਫਾਈਨਾਈਟ ਆਂਦੀ ਹੈ, then f is said to be a rectifiable path, otherwise it is called non rectifiable। ਮਤਲਬ ਕਿਸੇ ਵੀ ਫੰਕਸ਼ਨ ਦੀ ਲੈਂਥ ਅਗਰ ਫਾਈਨਾਈਟ ਆਂਦੀ ਹੈ ਤਾਂ ਉਹਨੂੰ ਆਪਾਂ ਕੀ ਕਹਿ ਦਾਂਗੇ ਕਿ ਉਹ ਰੈਕਟੀਫੀਏਬਲ ਹੈ ਫੰਕਸ਼ਨ। ਅਗਰ ਲੈਂਥ ਫਾਈਨਾਈਟ ਨਹੀਂ ਆਂਦੀ, then ਉਹ ਫੰਕਸ਼ਨ ਕੀ ਹੋ ਜਾਊਗਾ, non rectifiable।